ਸਤਿ ਸ਼੍ਰੀ ਅਕਾਲ ਜੀ। ਦੇਸ਼ ਪ੍ਰਦੇਸ਼ ਲਾਈਵ ਦੇ ਵਿੱਚ ਤੁਹਾਡਾ ਬਹੁਤ ਸਵਾਗਤ। ਬਹੁਤ ਖਾਸ ਸ਼ੋਅ ਹੈ। ਖਾਸ ਵਰਡ ਮੈਂ ਇਸ ਕਰਕੇ ਯੂਜ਼ ਕਰ ਰਿਹਾ ਕਿ ਅਸੀਂ ਪੰਜਾਬ 'ਚ ਬੈਠਦੇ ਹਾਂ ਔਰ ਬੜੀਆਂ ਖਬਰਾਂ ਸੁਣਦੇ ਹਾਂ। ਫੇਸਬੁੱਕ YouTube ਮਾਧਿਅਮਾਂ ਰਾਹੀਂ ਗੱਲਾਂ ਜਾਣਨੀਆਂ ਚਾਹੁੰਦੇ ਹਾਂ ਕਿ ਉੱਥੇ ਦੇ ਹਾਲਾਤ ਕੀ ਨੇ। ਸਵਾ ਸਾਲ ਬਾਅਦ ਡਾਕਟਰ ਰਵੀ ਗਰਗ ਜੀ ਆਪਣੇ ਕੁਝ ਤਜਰਬੇ ਕੈਨੇਡਾ ਤੋਂ ਲੈ ਕੇ ਆਏ ਨੇ। ਇਹ ICCRC ਵੀ ਨੇ, ਇੱਥੇ ਰਹਿੰਦੇ ਨੇ, ਬੱਚੇ ਦੀਆਂ ਫਾਈਲਾਂ ਲਾਈਆਂ, ਉੱਥੇ ਭੇਜੇ। ਐਕਚੁਅਲ ਦੇ ਵਿੱਚ ਬੱਚਾ ਉੱਧਰ ਦੀਆਂ ਗੱਲਾਂ ਸੁਣ ਕੇ ਕਈ ਵਾਰ ਖੁਦ ਪਰੇਸ਼ਾਨ ਹੋ ਜਾਂਦਾ ਹੈ ਔਰ ਗਲਤ ਹੁੰਦਾ ਹੈ, ਗੁੰਮਰਾਹ ਹੁੰਦਾ ਹੈ, ਵੀਜ਼ਾ ਰਿਫਿਊਜ਼ ਕਰਾਉਂਦਾ ਹੈ। ਇਹ ਉੱਥੋਂ ਦੇ ਕੈਨੇਡਾ ਦੇ ਵਿੱਚ ਜਿਹੜੇ ਕਾਲਜਸ ਨੇ, ਉੱਥੋਂ ਦੇ ਕੰਮਕਾਰ ਦੇ ਹਾਲਾਤ ਨੇ, ਉੱਥੋਂ ਦਾ ਮਾਹੌਲ ਕੀ ਹੈਗਾ, ਉਹਦੇ ਬਾਰੇ ਅਪਡੇਟ ਜਿਹੜੀ ਹੈ ਤਾਜ਼ਾ ਲੈ ਕੇ ਆਏ ਨੇ। ਔਰ ਜਿਹੜੇ ਵਿਦਿਆਰਥੀਆਂ ਨੇ ਜਾਣਾ ਉਹਨਾਂ ਵਾਸਤੇ ਬਹੁਤ ਇੰਪੋਰਟੈਂਟ ਸ਼ੋਅ ਹੈ, ਚਾਹੇ ਤੁਹਾਡਾ ਵੀਜ਼ਾ ਆ ਵੀ ਗਿਆ ਜਾਂ ਤੁਸੀਂ ਅਪਲਾਈ ਕਰਨਾ ਹੈਗਾ, ਕਿਉਂਕਿ ਕਾਫੀ ਸਾਰੀਆਂ ਜਿਹੜੀਆਂ ਤਾਜ਼ੀ ਅਪਡੇਟਸ ਨੇ ICCRC ਹੋਣ ਦੇ ਨਾਤੇ ਇਹਨਾਂ ਕੋਲ ਨੇ। ਔਰ ਜਿਹੜਾ ਸਵਾ ਸਾਲ ਦੇ ਵਿੱਚ ਉੱਥੋਂ ਕੋਵਿਡ ਦੇ ਦੌਰਾਨ ਐਸੀਆਂ ਗੱਲਾਂ ਜਿਹੜੀਆਂ ਸਿੱਖੀਆਂ ਤੁਹਾਡੇ ਨਾਲ ਸਾਂਝੀਆਂ ਕਰਨਗੇ, ਜਿਨ੍ਹਾਂ ਦੇ ਨਾਲ ਇੱਕ ਵਿਦਿਆਰਥੀ ਸਕਸੈਸ ਹੋ ਸਕੇਗਾ। ਸੋ ਡਾਕਟਰ ਸਾਹਿਬ, ਸਵਾਗਤ ਸ਼ੋਅ ਦੇ ਵਿੱਚ ਵੀ ਔਰ ਭਾਰਤ ਦੇ ਵਿੱਚ ਵੀ ਪਹੁੰਚਣ ਦੇ। ਹਿੰਦੂ ਸਾਹਿਬ, ਸ਼ੋਅ 'ਤੇ ਸੱਦਾ ਦੇਣ ਲਈ ਬਹੁਤ ਧੰਨਵਾਦ ਅਤੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਵੈਲਕਮ ਕਰਨ ਵਾਸਤੇ ਵੀ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਹਾਲਾਤ ਨੇ? ਮੈਂ ਸਟੂਡੈਂਟ ਪੁਆਇੰਟ ਤੋਂ ਜੇ ਪੁੱਛਾਂ, ਜਿਹੜਾ ਵਿਦਿਆਰਥੀ ਜਾ ਰਿਹਾ ਹੈ ਉਹਦੀ ਗੁਜ਼ਰ ਬਸਰ ਕਿਸ ਤਰ੍ਹਾਂ ਹੋ ਰਹੀ ਹੈ, ਜ਼ਿੰਦਗੀ ਕਿਵੇਂ ਦੀ ਹੈ? ਜਿਹੜੇ ਅੱਜ ਟਰੈਵਲ ਜੇ ਖੁੱਲ੍ਹਦਾ ਹੈ, ਬੱਚੇ ਜਾਣਗੇ, ਕੀ ਚੰਗਾ ਹੈ, ਕੀ ਮਾੜਾ ਪੱਖ ਹੈ ਕੈਨੇਡਾ ਦੇ ਵਿੱਚ ਕੰਮਕਾਰ ਨੂੰ ਲੈ ਕੇ, ਐਜੂਕੇਸ਼ਨ ਨੂੰ ਲੈ ਕੇ ਤੁਹਾਡੇ ਕੋਲ ਕੀ ਅਪਡੇਟ ਹੈ? ਦੇਖੋ ਸੰਧੂ ਸਾਹਿਬ, ਸਭ ਤੋਂ ਪਹਿਲੀ ਗੱਲ ਤੁਹਾਨੂੰ ਮੈਂ ਹਿੰਟ ਦੇ ਤੌਰ 'ਤੇ ਦੱਸ ਰਿਹਾ ਵੀ ਆ ਪਿਛਲੇ ਕੋਈ ਹਫ਼ਤੇ ਪਹਿਲਾਂ ਦੀ ਗੱਲ ਹੈਗੀ ਹੈ ਕਿ ਜਿੰਨੇ ਵੀ ਜਿਹੜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਬੱਚੇ ਸੀਗੇ, ਸਟੂਡੈਂਟਸ ਜਿਨ੍ਹਾਂ ਨੇ ਸਟੱਡੀ ਕੀਤੀ ਉੱਥੇ ਪੂਰੀ, ਉਸ ਤੋਂ ਬਾਅਦ 1 ਸਾਲ ਦਾ ਐਕਸਪੀਰੀਅੰਸ ਸੀਗਾ ਉਹ AB ਕੈਟੇਗਰੀ ਦੇ ਵਿੱਚ, ਜਿਨ੍ਹਾਂ ਦੇ 300 ਕੁਛ ਪੁਆਇੰਟ ਵੀ ਬਣਦੇ ਸੀ, ਜਿਨ੍ਹਾਂ ਦੀ ਲੱਗਦਾ ਸੀ ਉਮੀਦ ਜਿਹੜੀ ਹੈ ਦਿੱਕਤ ਆਏਗੀ PR ਦੇ ਵਿੱਚ, ਅਤੇ ਉਹ 400 ਬੜੇ ਹਾਈ ਪੁਆਇੰਟ ਜਾਂਦੇ ਸੀਗੇ, ਅਤੇ ਉਹ ਸਾਰੇ ਉਹਨਾਂ ਨੇ ਪੁਆਇੰਟਾਂ ਨੂੰ ਛੱਡ ਕੇ 75 ਪੁਆਇੰਟ ਤੱਕ, ਜਿਹੜਾ ਕਿ ਇੱਕ ਰਿਕਾਰਡ ਹੈਗਾ ਅਨਐਕਸਪੈਕਟਡ, ਇੱਕ ਕਿਸਮ ਦੀ ਜਾਦੂ। ਮੁੱਕਦੀ ਗੱਲ ਇਹ ਕਿ ਜਿੰਨੇ ਵੀ 1 ਸਾਲ ਦੇ ਤਜਰਬੇ ਵਾਲੇ ਬੱਚੇ ਸੀਗੇ ਉਹ ਸਾਰੇ ਹੀ ਉਹਨਾਂ ਨੂੰ PR ਵਾਸਤੇ ਇਨਵੀਟੇਸ਼ਨ ਭੇਜ ਦਿੱਤੀ, PR ਕਰ ਦਿੱਤੀ। ਮਤਲਬ ਕਮਾਲ ਹੀ ਹੋ ਗਈ। ਇਹ ਤਾਂ ਮਤਲਬ ਅਨਐਕਸਪੈਕਟਡ, ਸੋਚ ਵੀ ਨਹੀਂ ਸਕਦੇ। ਅਤੇ ਉਹਨਾਂ ਦੀ ਇਸ ਤੋਂ ਇੰਟੈਂਸ਼ਨ ਲੱਗਦੀ ਹੈ, ਉਹਨਾਂ ਦੀ ਨੀਅਤ ਕੈਨੇਡੀਅਨ ਐਕਸਪੀਰੀਅੰਸ ਜਿਹੜੀ ਕੈਨੇਡੀਅਨ ਗਵਰਨਮੈਂਟ ਦੀ ਲੱਗਦੀ ਪਈ, ਪਤਾ ਲੱਗਦਾ ਪਿਆ। ਕਹਿੰਦੇ ਪਏ ਨੇ ਵੀ ਤਕਰੀਬਨ 1 ਲੱਖ ਪਰ ਈਅਰ ਦੀ ਸਾਨੂੰ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਬਣਾਉਣੇ ਨੇ ਅਸੀਂ, 1 ਲੱਖ ਪਰ ਈਅਰ। ਅਤੇ ਉਹ ਜਿਹੜੇ ਨੈਕਸਟ 3 ਈਅਰਸ ਤੱਕ ਦਾ ਟਾਰਗੇਟ ਜਿਹੜਾ ਹੈਗਾ ਅਤੇ ਉਹਦੇ ਵਿੱਚੋਂ ਕਿਉਂਕਿ ਬਾਹਰੋਂ PR ਜਿਹੜੇ ਹੈਗੇ ਨੇ ਘੱਟ ਗਏ ਨੇ, ਔਰ ਘੱਟ ਬੰਦੇ ਜਿਹੜਾ 2020 'ਚ ਜਿਹੜੇ ਕਰੋਨਾ ਦੇ ਕਰਕੇ ਘੱਟ ਗਏ ਨੇ, ਅਤੇ ਉਹਨਾਂ ਨੇ ਸਭ ਤੋਂ ਪਹਿਲ ਦਿੱਤੀ ਵੀ ਫਟਾਫਟ ਜਿਹੜੇ ਕੈਨੇਡਾ 'ਚ ਬੈਠੇ ਨੇ ਉਹਨਾਂ ਨੂੰ ਦੇ ਦਈਏ। ਫਿਲਹਾਲ 27,000 ਦੇ ਕਰੀਬ ਇੱਕੋ ਵਾਰ ਦੇ ਵਿੱਚ PR ਦਿੱਤੇ। ਇੱਕ ਨਿਊਜ਼ ਵੀ ਆਈ ਡਾਕਟਰ ਸਾਹਿਬ ਕਿ 27,000 ਬੰਦਾ ਇੱਕ ਦਿਨ 'ਚ ਪੱਕਾ, ਇੱਕ ਦਿਨ ਦੇ ਵਿੱਚ ਪੱਕਾ ਕੀਤਾ। ਬਿਲਕੁਲ। ਅਤੇ ਮੈਂ ਕਹਿੰਦਾ ਕਿ ਬਸ ਇੱਕ ਕਿਸਮ ਦੀ ਜਿਵੇਂ ਕਹਿੰਦੇ ਆ ਕਿ ਛੱਪੜ ਫਾੜ ਕੇ ਦੇਣ ਵਾਲੀ ਗੱਲ ਹੈ ਰੱਬ ਵੱਲੋਂ, ਔਰ ਲਾਟਰੀਆਂ ਨਿਕਲਣ ਵਾਲੀ ਗੱਲ ਹੈਗੀ ਹੈ। ਮਤਲਬ ਮੈਂ ਆਪਣਾ ਦਿਲ ਦੀ ਖੁਸ਼ੀ ਬਿਆਨ ਨਹੀਂ ਕਰ ਸਕਦਾ ਕਿ ਬੱਚਿਆਂ ਨੂੰ ਹੁੰਦਾ ਸੀਗਾ ਕਿ ਪਤਾ ਨਹੀਂ ਕਿਵੇਂ PR ਹੋਊਗੀ। ਨੈਚੁਰਲ ਇੱਕ ਘੁੰਡੀਦਾਰ ਰਸਤੇ ਘੁਮਾਵਦਾਰ ਹੁੰਦੇ ਸੀ ਵੀ ਆਹ ਐਕਸਪੀਰੀਅੰਸ ਲੈਣਾ, ਐਂ ਕਰਨਾ, ਐਵੇਂ ਨਹੀਂ, ਐਵੇਂ PR ਹੋਊ, ਐਵੇਂ ਨਹੀਂ ਹੋਊ। ਅਤੇ ਬੱਚੇ ਸਾਨੂੰ ਪੁੱਛਦੇ ਸੀ, ਸਾਨੂੰ ਵੀ ਬੱਚਿਆਂ ਨੂੰ ਦੱਸਦੇ ਸੀ, ਅਤੇ ਉਹ ਫਟਾਫਟ ਮਿੰਟੋ ਮਿੰਟੀ ਐਵੇਂ ਦੀ ਕਰਕੇ ਫਟਾਫਟ PR ਸਾਰੇ ਕੱਢ ਦਿੱਤੇ। ਅਤੇ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਵੀ ਹਰ ਹਫ਼ਤੇ 10 ਦਿਨ 15 ਦਿਨ ਦੇ ਵਿੱਚ ਜਿਹੜਾ ਵੀ ਡਰਾ ਨਿਕਲੇਗਾ ਉਸ ਦੇ ਵਿੱਚ ਉਹਨਾਂ ਨੇ ਸਾਰੇ ਇਹ ਦੱਸ ਦਿੱਤਾ ਵੀ ਸਾਰੇ ਚੱਕ ਲੈਣੇ ਹੈ, ਜਿਨ੍ਹਾਂ ਦਾ ਸਾਲ ਦਾ ਐਕਸਪੀਰੀਅੰਸ ਹੋ ਕੇ, ਜਿਨ੍ਹਾਂ ਨੇ ਪ੍ਰੋਫਾਈਲ ਬਣਾਇਆ ਹੈਗਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਵਿੱਚ। ਸੋ ਕੁਛ ਵੀ ਨਹੀਂ, ਬਹੁਤ ਵਧੀਆ। ਅਤੇ ਮਤਲਬ ਇੰਟੈਂਸ਼ਨਸ ਇਹਦੇ ਨਾਲ ਪਤਾ ਲੱਗਦੀਆਂ ਪਈਆਂ ਨੇ ਕਿ ਬੜੀ ਖੁਸ਼ੀ ਹੈਗੀ ਹੈ ਕਿ ਇੱਕ ਚੰਗੇ ਰਾਹ 'ਤੇ ਜਦੋਂ ਭੇਜੀਏ ਕਿਸੇ ਨੂੰ ਔਰ ਅੱਗੇ ਜਾ ਕੇ ਅਗਲੇ ਦੀ ਕਾਮਯਾਬੀ ਹੋ ਜੇ, ਬੱਲੇ ਬੱਲੇ ਹੋ ਜੇ, ਅਤੇ ਜ਼ਿੰਦਗੀ ਦਾ ਇਹ ਲੱਗਦਾ ਕਿ ਕੁਛ ਚੰਗਾ ਕੰਮ ਕੀਤਾ, ਸਮਾਜ ਸੇਵਾ ਕੀਤੀ ਹੈ, ਬਹੁਤ ਵਧੀਆ ਕੰਮ ਕੀਤਾ। ਅੱਗੇ ਜਾ ਕੇ ਤਕਲੀਫਾਂ ਆਉਣ, ਬੱਚੇ ਰੁੜ ਜਾਣ, ਪਰੇਸ਼ਾਨ ਹੋਣ, ਔਖੇ ਹੋਣ, ਅਤੇ ਫਿਰ ਇਹ ਲੱਗਦਾ ਕਿ ਵੀ ਇਹ ਸ਼ਾਇਦ ਤਕਲੀਫ ਵਾਲਾ ਗੱਲ ਚੰਗਾ ਇੰਡੀਕੇਸ਼ਨ ਹੈ ਸਟੂਡੈਂਟਸ ਲਈ, ਬਹੁਤ ਵਧੀਆ ਇੰਡੀਕੇਸ਼ਨ। ਔਰ ਇੱਕ ਚੀਜ਼ ਜਿਹੜਾ ਹੈਗਾ ਨੈਚੁਰਲੀ ਇਹ PR ਤਾਂ ਕਢਾਈ ਨਾ, ਜਦੋਂ 1 ਸਾਲ ਦੇ ਐਕਸਪੀਰੀਅੰਸ ਤੋਂ ਬਾਅਦ PR ਤਾਂ ਕਢਾਈ ਨਾ, ਜਿਹੜੇ ਬੱਚੇ ਪੜ੍ਹਨ ਵਾਸਤੇ ਗਏ ਅਤੇ ਬਾਅਦ 'ਚ 1 ਸਾਲ ਦਾ ਐਕਸਪੀਰੀਅੰਸ ਕੀਤਾ ਅਤੇ ਪੜ੍ਹਨ ਜਾਣਗੇ ਤਾਂ ਬਾਅਦ ਵਿੱਚ ਫਿਰ ਇਹਨਾਂ ਦੀ PR ਹੋਏਗੀ ਨਾ। ਸੋ ਇਹ ਇਸ ਕਰਕੇ ਉਹਨਾਂ ਨੇ ਸਟੱਡੀ ਵੀਜ਼ਾ ਨੂੰ ਬਹੁਤ ਪ੍ਰਮੋਟ ਕੀਤਾ ਹੋਇਆ, ਬਹੁਤ ਹਾਈ ਸਕਸੈਸ ਰੇਟ। ਔਰ ਮੈਂ ਪਹਿਲੀ ਵਾਰੀ ਹਿੰਦੂ ਸਾਹਿਬ, ਤੁਸੀਂ ਸ਼ਾਇਦ ਸੁਣਿਆ ਨਹੀਂ ਹੋਵੇਗਾ ਕਦੇ ਵੀ ਮੈਨੂੰ ਵੀ 100% ਸਕਸੈਸ ਰੇਟ ਤੁਸੀਂ ਸ਼ਾਇਦ ਕਦੇ ਵੀ ਨਹੀਂ ਸੁਣਿਆ ਹੋਵੇਗਾ। ਇੰਨੇ ਸਾਲਾਂ ਤੋਂ ਅਸੀਂ ਗੱਲਬਾਤ ਕਰਦੇ ਹਾਂ ਇਸ ਮੰਚ 'ਤੇ ਬੈਠ ਕੇ, ਔਰ
100% ਸਕਸੈਸ ਰੇਟ ਕਦੇ ਨਹੀਂ ਹੋਇਆ। 90 95% 80% 85%। ਆ ਪਿਛਲੇ ਹਫਤੇ ਸਾਰਾ ਹਫਤਾ ਜਿਹੜਾ 100% ਸਕਸੈਸ ਰੇਟ, ਸਾਰੇ ਵੀਜ਼ੇ ਆਏ ਨੇ ਔਰ ਬਹੁਤ ਲੋ ਮਾਰਕਸ। ਔਰ ਇੱਕ ਮੈਨੂੰ ਯਾਦ ਹੈ ਫਿਜ਼ਿਕਸ ਦੇ ਵਿੱਚ 42, ਕੈਮਿਸਟਰੀ ਦੇ ਵਿੱਚ 36 ਤੇ ਬਾਇਓਲੋਜੀ ਦੇ ਵਿੱਚ 48 ਨੰਬਰ ਸੀਗੇ। ਇੰਗਲਿਸ਼ ਦੇ ਵਿੱਚ ਨੰਬਰ ਠੀਕ ਸੀਗੇ, ਤਕਰੀਬਨ 55 ਨੰਬਰ ਸੀਗੇ। ਇੰਨੇ ਲੋ, ਆਲਮੋਸਟ ਫੇਲ ਵਰਗਾ ਬੱਚੇ ਦੇ ਵੀਜ਼ੇ, ਹੋਰ ਵੀ ਬੜੇ ਲੋ ਮਾਰਕਸ ਵਾਲਿਆਂ ਦੇ ਵੀਜ਼ੇ। ਔਰ 2013 ਦਾ ਵੀਜ਼ਾ ਰੀਸੈਂਟਲੀ ਪਰਸੋਂ ਆਇਆ ਤੇ ਇੰਨਾ ਜਿਹੜਾ ਹੈਗਾ ਗੈਪ ਵੀ ਓਕੇ ਹੈਗਾ। ਸੋ ਇਹ ਜਿਹੜਾ ਹੈਗਾ ਬੜਾ ਅੱਛਾ ਮਾਹੌਲ। ਜਿਨ੍ਹਾਂ ਨੇ ਵੀ ਬਾਹਰ ਜਾਣਾ, ਕੈਨੇਡਾ ਇਜ਼ ਅ ਵੈਰੀ ਸੇਫ ਕੰਟਰੀ। ਇੱਕ ਐਗਜ਼ਾਮਪਲ ਦੇ ਤੌਰ 'ਤੇ, ਖਾਸ ਤੌਰ 'ਤੇ ਆਪਾਂ ਕੁੜੀਆਂ ਨੂੰ ਭੇਜਦੇ ਹਾਂ ਅਤੇ ਮੈਂ ਪੰਜਾਬ ਦਾ ਐਗਜ਼ਾਮਪਲ ਹੈਗਾ, ਮੈਨੂੰ ਪਤਾ ਹੈ ਪੰਜਾਬ ਦੇ ਮਾਹੌਲ ਦਾ ਵਿੱਚ ਆਪਾਂ ਕੁੜੀਆਂ ਨੂੰ ਸੋਚਦੇ ਹਾਂ ਵੀ ਉੱਥੇ ਕੋਈ ਰਿਸ਼ਤੇਦਾਰ ਨਹੀਂ ਆ, ਫਰੈਂਡ ਨਹੀਂ ਹੈ, ਅਤੇ ਇਹ ਨਾ ਹੋਵੇ ਉੱਥੇ ਕੋਈ ਅਨਸੇਫ ਦਾ ਵਾਲੀ ਗੱਲ ਵੀ ਬੱਚੇ ਦੀ, ਕੁੜੀ ਦੀ ਖਿਆਲ ਕੌਣ ਕਰੂੰਗਾ, ਕੋਈ ਕੁੜੀ ਨੂੰ ਤਕਲੀਫ ਨਾ ਆਵੇ। ਅਤੇ ਉੱਥੇ ਮੈਂ 2006 ਦਾ ਪਰਮਾਨੈਂਟ ਰੈਜ਼ੀਡੈਂਟ ਉੱਥੇ ਰਹਿਣਾ, ਬੱਚੇ ਮੇਰੇ ਉੱਥੇ। ਔਰ ਇਹ ਕਿ ਜਿਹੜੀ ਪੁਲਿਸ ਜਿਹੜੀ ਹੈਗੀ ਹੈ, ਜਿਸ ਨੇ ਰੱਖਿਆ ਕਰਨੀ ਹੁੰਦੀ ਹੈ, ਮਤਲਬ ਹੀ ਨਹੀਂ ਹੈ 100% ਜਿਹੜੀ ਹੈਗੀ ਹੈ ਕਰਪਸ਼ਨ ਫਰੀ, ਕੋਈ ਮਤਲਬ ਹੀ ਨਹੀਂ ਹੈ। ਆਪਾਂ ਸੋਚ ਵੀ ਨਹੀਂ ਸਕਦੇ, ਇੱਥੇ ਤਾਂ ਮਿੰਟ ਲਾਉਂਦੇ ਕਿਸੇ ਨੂੰ 100-200 ਰੁਪਈਆ ਦੇਣ ਲੱਗਿਆ, ਉੱਥੇ ਅਸੀਂ ਦਿਮਾਗ ਦੇ ਵਿੱਚ ਸੋਚ ਵੀ ਨਹੀਂ ਸਕਦੇ ਕਿ ਕੋਈ ਗਲਤ ਗੱਲ ਹੋ ਜਾਏ ਅਤੇ ਆਪਾਂ ਮਤਲਬ ਲਾਈਟ ਕ੍ਰਾਸ ਕਰ ਜਾਈਏ, ਰੈੱਡ ਲਾਈਟ ਜਾਂ ਕੋਈ ਹੋਰ ਕੰਮ, ਅਤੇ ਕਿਸੇ ਨੂੰ ਕੋਈ ਆਪਾਂ ਆਫਰ ਕਰਨ ਦੀ ਵੀ ਨਹੀਂ ਸੋਚ ਸਕਦੇ, ਸਿੱਧਾ ਅੰਦਰ ਜਾਵਾਂਗੇ। ਡਾਕਟਰ ਸਾਹਿਬ, ਮੇਰਾ ਇੱਕ ਸਵਾਲ ਹੈ ਰੋਕ ਕੇ। ਇੱਕ ਪਾਸੇ ਤੁਸੀਂ ਇੰਨੀ ਵਧੀਆ ਕੈਨੇਡਾ ਦਾ ਪੋਜ਼ੀਟਿਵ ਪੱਖ ਦੱਸਿਆ, ਆਪਣਾ ਰਿਜ਼ਲਟ ਦੱਸਿਆ ਸਕਸੈਸ 100%। ਇੱਕ ਪਾਸੇ ਤੁਸੀਂ ਇਹ ਦੱਸਿਆ ਕਿ ਕੈਨੇਡਾ ਨੂੰ ਹੋਰ ਲੱਖ ਬੰਦੇ ਪੱਕੇ ਕਰਨੇ ਨੇ, ਸਟੂਡੈਂਟ ਦੀ ਜ਼ਰੂਰਤ ਹੈ, 27,000 ਬੰਦਾ ਇੱਕ ਦਿਨ 'ਚ ਪੱਕਾ ਕੀਤਾ। ਬਿਲਕੁਲ। ਮੈਂ ਹੁਣ ਤੁਹਾਨੂੰ ਭਾਰਤ ਦੀ, ਪੰਜਾਬ ਦੀ ਥੋੜ੍ਹਾ ਜਿਹਾ ਦੁਖਾਂਤ ਦੱਸੂਗਾ, ਇਹ ਕਿੱਥੇ ਗੈਪ ਹੈ ਕਿ ਅਨਟ੍ਰੇਨਡ ਲੋਕਾਂ ਨੇ ਫਾਈਲਾਂ ਲਾਈਆਂ, ਇਸ ਕਰਕੇ 6 ਮਹੀਨੇ ਆਫਰਾਂ ਨਹੀਂ ਆਈਆਂ, ਪਹਿਲਾਂ ਆ ਗਈਆਂ ਤੇ AIP ਨਹੀਂ ਆਇਆ, AIP ਨੇ ਤਾਂ ਸਟੈਂਪ ਨਹੀਂ ਹੋਇਆ ਤੇ ਬੱਚੇ ਆਨਲਾਈਨ ਪੜ੍ਹਨ ਦੀ ਕੋਈ ਉਹਨਾਂ ਨੂੰ ਗਾਈਡੈਂਸ ਨਹੀਂ ਦਿੱਤੀ ਗਈ। ਫਿਰ ਵਿਚਾਰੇ ਕਈਆਂ ਦੇ AIP ਕੈਂਸਲ ਹੋ ਗਏ, ਜਿਹੜਾ AIP ਕੈਂਸਲ ਹੋ ਗਿਆ ਉਹਦੀ ਕੋਈ ਫੀਸ ਨਹੀਂ ਆ ਰਹੀ। ਇਹ ਕਿੱਥੇ ਗੈਪ ਹੈ ਕਿ ਇੱਕ ਪਾਸੇ ਇੰਨਾ ਵੀਜ਼ਾ ਬਣ ਰਿਹਾ ਕੈਨੇਡਾ, ਸਾਡਾ ਪੰਜਾਬ ਦਾ ਬੱਚਾ ਕਿਉਂ ਗਲਤ ਹੱਥਾਂ 'ਚ ਪੈ ਕੇ, ਇਹ ਗੈਪ ਕਿੱਥੇ ਹੈ? ਮਤਲਬ ਪੋਜ਼ਿਟਿਵ ਔਰ ਨੈਗੇਟਿਵ ਦੇ ਵਿੱਚ ਕੀ ਹੈ? ਦੇਖੋ, ਇੱਕ ਚੀਜ਼ ਹੈ, ਭਾਵੇਂ ਆਪਾਂ ਜੇ ਨਾ ਇਹ ਜਿਹੜੇ ਹਿਮਾਚਲ ਪ੍ਰਦੇਸ਼ ਦੇ ਜਿਹੜੇ ਘੁਮਾਵਦਾਰ ਰਸਤੇ ਹੁੰਦੇ ਨੇ, ਟੇਢੇ ਮੇਢੇ ਔਰ ਸੰਕਰੇ ਜਿਹਨੂੰ ਕਹਿੰਦੇ ਆ, ਪਤਲੇ ਰਸਤੇ, ਉਹਦੇ ਵਿੱਚ ਆਮ ਬੰਦੇ ਦਾ ਕੰਮ ਨਹੀਂ ਹੈਗਾ ਡਰਾਈਵਿੰਗ ਕਰਨਾ। ਔਰ ਦੂਜੀ ਐਗਜ਼ਾਮਪਲ ਦਊਂਗਾ ਕਿ ਜਦੋਂ ਸੜਕ ਟੁੱਟੀ ਹੋਈ ਹੈ ਨਾ, ਮੇਨ ਰੋਡ, ਅਤੇ ਵਿੱਚੋਂ ਪਿੰਡਾਂ ਵਿੱਚੋਂ ਕਈ ਵਾਰੀ ਕਿਸੇ ਨੇ ਮਹਿਸੂਸ ਕੀਤਾ ਹੋਣਾ, ਮੈਂ ਬਹੁਤ ਵਾਰੀ ਇਸ ਤਰ੍ਹਾਂ ਦੇ ਹਾਲਾਤ ਦੇਖੇ ਵੀ ਪਿੰਡਾਂ ਵਿੱਚੋਂ ਆਪਾਂ ਟੁੱਟੇ ਫੁੱਟੇ ਸੜਕ ਤੋਂ ਔਰ ਰਾਹਾਂ ਵਿੱਚੋਂ ਅਤੇ ਟੇਢੇ ਮੇਢੇ ਰਾਹਾਂ ਵਿੱਚੋਂ ਰਾਹ ਲੱਭ ਕੇ ਆਪਾਂ ਆਪਣੀ ਡੈਸਟੀਨੇਸ਼ਨ 'ਤੇ ਅੱਗੇ ਆਪਣੇ ਰਾਹ 'ਤੇ ਪਹੁੰਚਦੇ ਹੈਗੇ ਹਾਂ। ਅਤੇ ਇੱਕ ਤਾਂ ਇਹ ਗੱਲ ਸੰਧੂ ਸਾਹਿਬ ਕਿ ਉਹਦੇ ਵਿੱਚ ਜਦੋਂ ਟੁੱਟੇ ਫੁੱਟੇ ਰਾਹਾਂ ਵਿੱਚੋਂ ਨਿਕਲਾਂਗੇ ਅਤੇ ਉਹ ਝਟਕੇ ਵੱਜਣਗੇ ਅਤੇ ਆਪਾਂ ਡਰਾਈਵਰ ਨੂੰ ਨਹੀਂ ਦੋਸ਼ ਦੇ ਸਕਦੇ। ਦੂਸਰਾ ਇਹ ਕਿ ਇਹ ਜਿਹੜੀ ਹੈਗੀ ਆ, ਸਿਰਫ ਐਕਸਪਰਟ ਡਰਾਈਵਰ ਹੋਵੇ ਤਾਂ ਸਹੀ ਸਲਾਮਤ ਤਰੀਕੇ ਨਾਲ ਤੁਹਾਡਾ ਜਿਹੜਾ ਇੰਜਰੀ ਹੋਏ ਬਗੈਰ ਜਾਂ ਬਿਲਕੁਲ ਸਹੀ ਸਲਾਮਤ ਤਰੀਕੇ ਨਾਲ ਤੁਹਾਨੂੰ ਸਹੀ ਰਾਹ ਦਿਖਾ ਕੇ ਸਹੀ ਮੁਕਾਮ 'ਤੇ ਜਿਹੜਾ ਡੈਸਟੀਨੇਸ਼ਨ 'ਤੇ ਤੁਹਾਨੂੰ ਪਹੁੰਚਾ ਦੇਗਾ। ਸੜਕ ਟੁੱਟਣ ਦਾ ਮਤਲਬ ਇਹ ਸੀਗਾ ਕਿ ਤੁਸੀਂ ਦੇਖੋ, ਕੋਵਿਡ ਆਇਆ ਜਦੋਂ ਕਿ ਇੱਕ ਫਲਾਈਟ ਕਦੇ ਨਹੀਂ ਕੈਂਸਲ ਹੁੰਦੀ ਸੀ, ਸਾਰੀ ਦੁਨੀਆ ਦੇ ਵਿੱਚ ਸਾਰੀਆਂ ਟੋਟਲ ਲੱਖਾਂ ਫਲਾਈਟਾਂ ਕੈਂਸਲ ਹੋਈਆਂ, ਟ੍ਰੇਨਾਂ ਬੰਦ ਹੋਈਆਂ, ਜਿਹੜੀਆਂ ਬੱਸਾਂ ਬੰਦ ਹੋਈਆਂ, ਸਾਰੀ ਦੁਨੀਆ ਬੰਦ ਹੋ ਗਈ। ਇਸ ਦੇ ਵਿੱਚ ਕੰਸਲਟੈਂਟਸ ਦਾ ਤਾਂ ਕਸੂਰ ਨਹੀਂ ਹੈਗਾ, ਅੜਚਨਾ ਆਈਆਂ, VFS ਬੰਦ ਰਹੇ, ਅੰਬੈਸੀ ਬੰਦ ਰਹੀ, ਬਾਇਓਮੈਟ੍ਰਿਕਸ ਨਹੀਂ ਹੋਏ, ਬੜਾ ਕੁਛ ਬੰਦ ਰਿਹਾ, ਅੜਚਨਾ ਮਤਲਬ ਉਹ ਟੁੱਟੇ ਭੱਜੇ ਰਸਤੇ ਵਾਲੀ ਗੱਲ ਹੋ ਗਈ। ਲੇਕਿਨ ਜਿਸ ਤਰ੍ਹਾਂ ਸਾਡੀ ਕੰਪਨੀ ਹੈਗੀ ਹੈ ICCRC ਮੈਂਬਰ ਦੀ 2003 ਤੋਂ ਕੰਪਨੀ ਚੱਲਦੀ ਪਈ ਹੈਗੀ ਹੈ, ਔਰ ਕੈਨੇਡਾ ਅੰਬੈਸੀ ਦੀ ਵੈਬਸਾਈਟ 'ਤੇ cic.gc.ca ਦੇ ਵਿੱਚ ਆਥੋਰਾਈਜ਼ਡ ਰੈਪਰਜੈਂਟੇਟਿਵ ਅਗਰ ਲਿਖੀਏ ਅਤੇ ਉਹ ਜਿਹੜੇ ਲੀਗਲ ICCRC ਮੈਂਬਰ ਜਿਹੜੇ ਕੰਸਲਟੈਂਟ ਨੇ ਉਹਨਾਂ ਦਾ ਨਾਂ ਆ ਜਾਏਗਾ। ਸੋ ਉਹ ਜਿਹੜੇ ਸਾਡੇ ਵਰਗੇ ਜਿਹੜੇ ਐਕਸਪਰਟ ਕੰਸਲਟੈਂਟ ਨੇ, ਉਹ ਜਿਹੜੇ ਨੇ ਇਹ ਟੁੱਟੀ ਫੁੱਟੇ ਰਾਹ ਵਾਲੀ ਜਿਹੜੀ ਗੱਲ, ਅੜਚਨਾ ਵਾਲੀਆਂ ਗੱਲਾਂ ਨੇ, ਉਹਨਾਂ ਵਿੱਚੋਂ ਕੱਢ ਕੇ ਆਪਣੇ ਸਟੂਡੈਂਟਸ ਨੂੰ ਲੈ ਗਏ ਨੇ। ਔਰ ਫਾਈਨਲੀ ਹੁਣ ਤਕਰੀਬਨ 1 ਮਹੀਨੇ ਤੋਂ ਧੜ ਵੀਜ਼ੇ ਜਿਹੜੇ ਪੁਰਾਣੇ ਸਾਰੇ ਪਾਸਪੋਰਟ ਕਲੀਅਰ ਕਰਕੇ ਉਹਨਾਂ ਨੇ ਪਾਸਪੋਰਟ ਸਟੈਂਪਾਂ ਲਾ ਕੇ ਭੇਜਦੇ ਪਏ ਨੇ ਔਰ ਬੱਚੇ ਕੈਨੇਡਾ ਜਾਂਦੇ ਪਏ ਨੇ, ਕੋਈ ਦਿੱਕਤ ਨਹੀਂ। ਲੇਕਿਨ ਜਿਹੜੀ ਤੁਸੀਂ ਸੰਧੂ ਸਾਹਿਬ ਗੱਲ ਕੀਤੀ, AIP ਆ ਗਈ, ਉਸ ਤੋਂ ਬਾਅਦ ਜਿਹੜਾ ਹੈ ਫੀਸਾਂ ਮਰ ਗਈਆਂ, ਅਤੇ ਉਹਦੇ ਵਿੱਚ ਇਹ ਇੰਨਾ ਕੰਪਲੀਕੇਟਡ ਟਾਈਮ ਰਿਹਾ ਕਿ ਉਹਨਾਂ ਨੇ ਡੇਟਾਂ ਫਿਕਸ ਕੀਤੀਆਂ ਹੋਈਆਂ ਸੀ ਅੱਡ ਕਾਲਜਾਂ ਦੀ। ਸਪੋਜ਼ ਕਿ 90 ਕਾਲਜ ਨੇ, 90 ਕਾਲਜਾਂ ਦੇ ਅੱਡ ਰੂਲ ਰੈਗੂਲੇਸ਼ਨ
ਔਰ ਅੱਡ ਡੈਡਲਾਈਨਾਂ ਕਿ ਇੰਨੀ ਤਰੀਕ ਤੱਕ ਤੁਸੀਂ ਜੇ AIP ਆ ਕੇ ਰਿਫਿਊਜ਼ ਹੋ ਗਿਆ ਜਾਂ ਉੱਦਾਂ ਰਿਫਿਊਜ਼ ਹੋ ਗਿਆ ਜਾਂ ਰਿਜ਼ਲਟ ਨਹੀਂ ਆਇਆ ਤਾਂ ਐਵੇਂ ਕਰਨਾ ਹੈ, ਐਵੇਂ ਕਰਨਾ ਹੈ, ਐਵੇਂ ਕਰਨਾ, ਐਕਸ਼ਨ ਲੈਣੇ ਸੀਗੇ। ਜੇ ਕੋਈ ਕੰਸਲਟੈਂਟ ਖੁੰਝ ਗਿਆ ਤੇ ਇਹ ਸਮਝੋ ਕਿ ਉਸ ਦੀ ਬੱਚੇ ਦੀ ਫੀਸ ਮਰ ਗਈ, ਕਿਉਂਕਿ ਉਹਨਾਂ ਨੇ ਡੈਡਲਾਈਨਾਂ ਦਿੱਤੀਆਂ ਸੀ। ਮਤਲਬ ਇਹ ਕਿ ਵੀ ਨੀਡ ਟੂ ਪੰਜਾਬ ਦੇ ਕੰਸਲਟੈਂਟ ਵੈਰੀ ਹਾਈਲੀ ਕੇਅਰਫੁਲ ਕਿ ਉਹਨੂੰ ਬਿਲਕੁਲ ਧਿਆਨ ਨਾਲ ਸਮਝਦਾਰੀ ਨਾਲ ਉਹ ਡੇਟਾ ਲਾਣੀਆਂ, ਸਮਝਦਾਰੀ ਨਾਲ ਹਿਸਾਬ ਕਿਤਾਬ ਕੇ ਉਹ ਸਾਰਾ ਰਿਕਾਰਡ ਰੱਖਣਾ ਔਰ ਬੱਚਿਆਂ ਨੂੰ ਅਕੋਰਡਿੰਗਲੀ ਉਸੇ ਹਿਸਾਬ ਨਾਲ ਰੂਲ ਰੈਗੂਲੇਸ਼ਨ ਤੋਂ ਜਾਣੂ ਕਰਵਾਉਣਾ, ਟਾਈਮ ਟੂ ਟਾਈਮ ਅਪਡੇਟਡ ਰੱਖਣਾ ਔਰ ਉਹਨਾਂ ਦੇ ਉੱਪਰ ਐਕਸ਼ਨ ਲੈਣਾ, ਧਿਆਨ ਰੱਖਣਾ, ਤਾਂ ਕਿਤੇ ਬੱਚਤ ਹੋਣੀ ਸੀਗੀ। ਗੱਲ ਉਹੀ ਕਿ ਇੱਕ ਐਕਸਪਰਟ ਡਰਾਈਵਰ ਹੀ ਕੱਢ ਕੇ ਲਿਜਾ ਸਕਦਾ। ਸੋ ਡੈਫੀਨੇਟਲੀ ਇਟ ਮੇਕਸ ਅ ਡਿਫਰੈਂਸ। ਅਤੇ ਜਿਹੜੇ ਦੇਸੀ ਕੋਈ, ਜਿਸ ਤਰ੍ਹਾਂ ਮੈਂ ਹੁਣ ਐਗਜ਼ਾਮਪਲ ਦਿੰਦਾ, ਮੈਂ ਇੱਕ ਬੰਦੇ ਦੀ ਐਗਜ਼ਾਮਪਲ ਦਿੰਦਾ ਕਿ ਉਸ ਬੰਦੇ ਨੇ ਮੇਰੀ ਕੰਪਨੀ ਦੇ ਵਿੱਚ ਮੈਨੂੰ ਇੱਕ ਵਾਰੀ ਪਤਾ ਲੱਗਿਆ ਕਿ ਬੇਈਮਾਨੀ ਕੀਤੀ, ਮੈਂ ਉਸ ਬੰਦੇ ਨੂੰ ਕੱਢ ਦਿੱਤਾ। ਅਤੇ ਆਹ ਥੋੜ੍ਹਾ ਚਿਰ ਪਹਿਲਾਂ ਦੀ ਗੱਲ ਹੈਗੀ ਆ। ਉਹ ਕਹਿੰਦਾ ਜੀ, ਉਹਨੇ ਕਿਸੇ ਤੋਂ ਪੈਸੇ ਵਾਲੇ ਨਾਲ ਮਿਲ ਕੇ ਕਹਿੰਦਾ ਜੀ ਮੈਨੂੰ ਤਜਰਬਾ ਹੈਗਾ, ਮੈਂ ਡਾਕਟਰ ਰਵੀ ਗਰਗ ਨਾਲ ਕੰਮ ਕੀਤਾ, ਬਹੁਤ ਕੁਛ ਦੇਖਿਆ ਹੈਗਾ, ਮੈਨੂੰ ਤਜਰਬਾ ਹੈਗਾ ਅਤੇ ਆਪਣਾ ਕੰਮ ਖੁਲਵਾਉਣ ਦੀ ਕੋਸ਼ਿਸ਼ ਕਰਦਾ ਪਿਆ ਹੈਗਾ। ਸੋ ਮਤਲਬ ਇਹ ਹੈ ਕਿ ਵੀ ਉਹ ਜਿਹੜਾ ਹੈਗਾ ਕਿ ਜਦੋਂ ਤੱਕ ਕੋਈ ਪ੍ਰੋਪਰ ਡਿਗਰੀਆਂ, ਪ੍ਰੋਪਰ ਆਫਟਰ ਆਲ ਇਮੀਗ੍ਰੇਸ਼ਨ ICCRC ਮੈਂਬਰ ਬਣਨ ਵਾਸਤੇ ਇਮੀਗ੍ਰੇਸ਼ਨ ਲਾਅ ਪਾਸ ਕੀਤਾ, ਜਿਹੜਾ ਆਈਲੈਟਸ ਦੇ 7 ਬੈਂਡ ਈਚ। ਹੁਣ ਤਾਂ ਇਸ ਵਕਤ ਹੋਰ ਵੀ ਇਹਨਾਂ ਨੇ ਰਿਕੁਆਇਰਮੈਂਟ ਆਈਲੈਟਸ ਦੀ ਵਧਾ ਦਿੱਤੀ ਰੀਸੈਂਟਲੀ ICCRC ਦੀ ਜਿਹੜੇ ਡਿਪਾਰਟਮੈਂਟ ਨੇ। ਸੋ ਇਹ ਸਾਰਾ ਕੁਝ ਇਮੀਗ੍ਰੇਸ਼ਨ ਲਾਅ ਪਾਸ ਕਰਕੇ, ਇਮੀਗ੍ਰੇਸ਼ਨ ਦਾ ਇਹ ਜਿਹੜਾ ਲਾਇਸੈਂਸਿੰਗ ਐਗਜ਼ਾਮ ਪਾਸ ਕਰਕੇ ਅੱਜ ICCRC ਔਰ ਕੈਨੇਡਾ ਅੰਬੈਸੀ ਵੱਲੋਂ ਜਿਹੜੇ ਮਨਜ਼ੂਰਸ਼ੁਦਾ ਲੀਗਲ ਕੰਸਲਟੈਂਟ ਨੇ, ICCRC ਜਿਹੜੀ ਕਿ ਕੈਨੇਡੀਅਨ ਗੌਰਮੈਂਟ ਦੀ ਡੈਜ਼ਿਗਨੇਟਿਡ ਬਾਡੀ ਹੈ, ਸਾਨੂੰ ਲੇਟੈਸਟ ਅਪਡੇਟਸ ਦੇ ਨਾਲ ਜਾਣੂ ਰੱਖਦੀ ਹੈਗੀ ਹੈ। ਸੋ ਉਹ ਜਿਹੜੇ ਕੰਸਲਟੈਂਟ ਦੇ ਬਦਲੇ ਦੇ ਵਿੱਚ ਜਦੋਂ ਇਹੋ ਜਿਹੇ ਜਿਹਨੇ ਮੇਰੇ ਕੋਲੇ ਬੇਈਮਾਨੀ ਕੀਤੀ ਅਤੇ ਮੈਂ ਉਹਨੂੰ ਕੱਢ ਦਿੱਤਾ, ਇਹੋ ਜਿਹੇ ਬੰਦੇ ਜਦੋਂ ਕੰਮ ਕਰਨਗੇ ਤਾਂ ਫਿਰ ਉਹ ਨੈਚੁਰਲ ਹੈ ਕਿ ਨੀਮ ਹਕੀਮ ਖਤਰੇ ਜਾਣ ਦਾ ਮਤਲਬ ਮਾਰਨਗੇ, ਛੱਡਣਗੇ ਥੋੜ੍ਹੀ। ਡਾਕਟਰ ਸਾਹਿਬ, ਜੋ ਰਿਫਿਊਜ਼ ਹੋ ਗਏ ਜਾਂ ਫਰੈਸ਼ ਜਿਨ੍ਹਾਂ ਨੇ ਅਪਲਾਈ ਕਰਨਾ, ਅੱਜ ਅਸੀਂ ਮਾਰਚ 'ਚ ਬੈਠੇ ਹਾਂ, ਬਤੌਰ ICCRC ਮੈਂਬਰ ਕੋਈ ਗਾਈਡਲਾਈਨ ਜਾਰੀ ਕਰੋ ਜਾਂ ਉਹਨਾਂ ਨੂੰ ਦੱਸੋ ਕੋਈ ਟਿਪਸ। ਇਹ ਨਾ ਹੋਵੇ ਮਿਹਨਤ ਕੀਤੀ, AIP ਆ ਗਈ, 15 ਦਿਨਾਂ ਬਾਅਦ ਰਿਫਿਊਜ਼ ਹੋ ਗਈ। ਠੀਕ ਹੈ, ਮਾਰਚ 'ਚ ਬੈਠੇ ਮੈਂ ਪਹਿਲਾਂ ਵੀ ਕਿਹਾ ਕਿ ਰਿਫਿਊਜ਼ਡ ਜੋ ਹੋ ਚੁੱਕੇ ਉਹਨਾਂ ਲਈ ਜਾਂ ਜਿਨ੍ਹਾਂ ਨੇ ਫਰੈਸ਼ ਕੇਸ ਹੁਣ ਅਪਲਾਈ ਕਰਨੇ ਆ ਉਹਨਾਂ ਵਾਸਤੇ ਕੋਈ ਗੁਰਮੰਤਰ। ਬਿਲਕੁਲ, ਦੇਖੋ ਉਹੀ ਹੈ ਕਿ ਹਰ ਕੇਸ ਯੂਨੀਕ ਹੁੰਦਾ ਹੈਗਾ, ਲੇਕਿਨ ਹਾਲੇ ਇਸ ਵਕਤ ਮਈ ਇਨਟੇਕ ਵਾਸਤੇ ਇਹ ਲਾਓ ਕਿ ਤਕਰੀਬਨ ਕੋਈ 2 ਮਹੀਨੇ ਪਏ ਨੇ। 5-7 ਮਈ ਕਲਾਸ ਸਟਾਰਟ ਡੇਟ ਹੋਈ ਹੈ ਅਤੇ ਹਾਲੇ ਤਕਰੀਬਨ 2 ਮਹੀਨੇ ਪਏ ਨੇ ਅਤੇ ਅੰਬੈਸੀ ਦੇ ਵਿੱਚ ਇਮੀਡੀਏਟਲੀ ਫਾਈਲ ਲਾਈ ਜਾ ਸਕਦੀ ਹੈ, ਕੋਈ ਪ੍ਰੋਬਲਮ ਨਹੀਂ ਹੈ। ਜੇ ਮੰਨ ਲਓ ਕਿਸੇ ਦਾ ਰਿਜ਼ਲਟ ਮਈ ਇਨਟੇਕ ਵਾਸਤੇ ਨਹੀਂ ਆਉਂਦਾ ਅਤੇ ਸਿੰਪਲੀ ਜਿਹੜੀ ਇੱਕ ਰੂਲ ਹੁੰਦਾ ਹੈਗਾ ਕਿ ਕਾਲਜ ਨੂੰ ਕਹਿ ਦਿੰਦੇ ਆ ਕਿ ਵੀ ਡੈਫਰਮੈਂਟ ਕਰ ਦਿਓ, ਨੈਕਸਟ ਇਨਟੇਕ ਵਿੱਚ ਸੀਟ ਦੇ ਦਿਓ, ਸਤੰਬਰ ਦੇ ਵਿੱਚ ਸੀਟ ਦੇ ਦੇਣਗੇ ਅਤੇ ਆਪਾਂ ਐਮਬੈਸੀ ਨੂੰ ਅਪਡੇਟ ਕਰ ਦਾਂਗੇ ਕਿ ਸਰ ਤੁਸੀਂ ਜਿਹੜਾ ਹੈਗਾ 5 ਮਈ ਮੇਰੀ ਕਲਾਸ ਸਟਾਰਟ ਡੇਟ ਸੀਗੀ, ਤੁਸੀਂ ਮੈਨੂੰ ਰਿਜ਼ਲਟ ਨਹੀਂ ਦਿੱਤਾ, ਵੀਜ਼ਾ ਨਹੀਂ ਦਿੱਤਾ, ਇਸ ਕਰਕੇ ਜਿਹੜਾ ਮੇਰੀ ਸੀਟ ਹੈ ਜਿਹੜੀ ਹੈ ਡੈਫਰ ਹੋ ਗਈ ਹੈਗੀ ਹੈ ਸਤੰਬਰ ਦੇ ਵਿੱਚ। ਆਫਰ ਲੈਟਰ ਤੁਹਾਡੇ ਕੋਲ ਵੀ ਭੇਜਣ ਲੱਗੇ ਹੈਗੇ ਹੈ ਅਤੇ ਉਹ ਜਿਹੜਾ ਅਗਲੇ ਇਨਟੇਕ ਵਾਸਤੇ ਜਿਨ੍ਹਾਂ ਦਾ ਰਿਜ਼ਲਟ ਮਈ ਤੋਂ ਪਹਿਲਾਂ ਆ ਗਿਆ, 5 ਮਈ ਤੋਂ ਪਹਿਲਾਂ ਆ ਗਿਆ, ਉਹ ਮਈ 'ਚ ਪੜ੍ਹਨਗੇ, ਜਿਨ੍ਹਾਂ ਦਾ ਨਹੀਂ ਆਇਆ ਉਹ ਸਤੰਬਰ 'ਚ ਪੜ੍ਹਨਗੇ। ਅਤੇ ਉਹ ਅਗੇਨ ਕਿ ਧਿਆਨ ਦੇਣ ਵਾਲੀ ਗੱਲ ਹੈ, ਕਈ ਕਾਲਜਾਂ ਦੇ ਇਹ ਰੂਲ ਨੇ ਕਿ ਡੈਫਰਮੈਂਟ ਨਹੀਂ ਦਿੰਦੇ। ਜੇ ਰਿਫਿਊਜ਼ ਹੋ ਗਿਆ ਤਾਂ ਠੀਕ ਹੈ, ਨਹੀਂ ਤਾਂ ਉਹ ਡੈਫਰਮੈਂਟ ਨਹੀਂ ਦੇਣਗੇ। ਰਿਫਿਊਜ਼ ਹੋ ਗਿਆ ਅਤੇ ਰਿਫੰਡ ਦੇ ਦੇਣਗੇ। ਕਈ ਜਿਹੜੇ ਨੇ ਵਿਦਾਊਟ ਰਿਜ਼ਲਟ ਵੀ ਔਨਲਾਈਨ ਕਲਾਸਾਂ ਲਵਾ ਦਿੰਦੇ ਨੇ। ਕਾਲਜ ਕਹਿੰਦਾ ਹੈ ਕਿ ਤੁਸੀਂ ਔਨਲਾਈਨ ਕਲਾਸਾਂ ਲਾਓ, ਜੇ ਰਿਫਿਊਜ਼ ਹੋ ਗਿਆ ਤੁਹਾਨੂੰ ਵਾਪਸ ਦੇ ਦਾਂਗੇ। ਕਈ ਇਹ ਕਹਿੰਦੇ ਨੇ ਕਿ AIP ਜਾਂ ਵੀਜ਼ਾ ਆਇਆ ਤਦ ਹੀ ਤੁਹਾਨੂੰ ਕਲਾਸਿਸ ਲਾਉਣ ਦੇਵਾਂਗੇ। ਸੋ ਉਹ ਬੜੇ ਅੱਡ ਕਾਲਜਾਂ ਦੇ ਅੱਡ ਰੂਲ, ਅੱਡ ਬੜਾ ਕੰਪਲੀਕੇਟਡ ਮੈਟਰ ਹੈਗਾ ਅਤੇ ਤੁਹਾਡੇ ਕਾਲਜ ਦੇ ਰੂਲ ਦੇ ਮੁਤਾਬਕ ਤੁਹਾਨੂੰ ਅਸੀਂ ਜਿਹੜਾ ਕੰਸਲਟੈਂਟ ਤੁਹਾਡਾ ਗਾਈਡ ਕਰ ਦੇਗਾ ਕਿ ਆਪਾਂ ਹੁਣ ਅੱਗੇ ਐਵੇਂ ਕਰਨਾ ਹੈਗਾ। ਲੇਕਿਨ ਹਾਲੇ ਮਈ ਇਨਟੇਕ ਵਾਸਤੇ ਟਾਈਮ ਹੈਗਾ, ਇਮੀਡੀਏਟਲੀ ਫਾਈਲ ਤਿਆਰ ਕਰਕੇ ਲਾ ਦੇਣੀ। ਤੁਸੀਂ ਲੰਮੇ ਸਮੇਂ ਬਾਅਦ ਵਾਪਸ ਆਏ ਹੋ, ਜਿਨ੍ਹਾਂ ਦੀ ਰਿਫਿਊਜ਼ ਆਈ, AIP ਨਹੀਂ ਆਈ ਜਾਂ ਕੋਈ ਪ੍ਰੋਬਲਮਾਂ ਨੇ ਜਾਂ ਫਰੈਸ਼ ਕੇਸ ਨੇ, ਉਹਨਾਂ ਨੂੰ ਜੇ ਫਿਜ਼ੀਕਲ ਮਿਲਣਾ ਹੈਗਾ ਤਾਂ ਕੀ ਸਿਸਟਮ ਬਣਾਇਆ? ਬਿਲਕੁਲ, ਮੈਂ ਰੀਸੈਂਟਲੀ ਤਕਰੀਬਨ ਕੋਈ 2 ਹਫ਼ਤੇ ਪਹਿਲਾਂ ਆਇਆ, ਕੁਆਰੰਟੀਨ ਸੀਗਾ, ਖ਼ਤਮ ਹੋ ਗਿਆ ਰੀਸੈਂਟਲੀ ਮੇਰਾ, ਔਰ ਇਮੀਡੀਏਟਲੀ ਸਕੈਡਿਊਲ ਬਣਾ ਕੇ ਸਾਰੇ ਪਾਸੇ ਸਾਰੇ ਆਫਿਸਿਸ ਵਿੱਚ ਭੇਜ ਦਿੱਤਾ ਜਾਏਗਾ। ਔਰ ਮੈਂ ਪਰਸਨਲੀ ਵਾਅਦਾ ਕਰਦਾ ਹੈਗਾ ਸਾਰਿਆਂ ਨੂੰ ਮਿਲਾਂਗਾ ਪਿਆਰ ਦੇ ਨਾਲ, ਔਰ ਜਲਦਬਾਜ਼ੀ ਦੀ ਲੋੜ ਨਹੀਂ, ਥੋੜ੍ਹਾ ਜਿਹਾ ਵੇਟ ਕਰ ਲੈਣਾ ਹੈਗਾ। ਮੇਰੇ ਆਫਿਸਿਸ ਦੇ ਨਾਲ ਟੱਚ ਵਿੱਚ ਰਹਿਣਾ ਹੈਗਾ। 70613 70613 'ਤੇ ਕਾਲ ਕਰਨੀ ਹੈਗੀ। ਇੱਕ ਗੱਲ ਮੈਂ ਦਿਲੋਂ ਕਹਿਣਾ ਚਾਹੁੰਦਾ ਹੈਗਾ
ਕਿ ਜਿਹੜੀ ਰੋਟੀ ਪਾਣੀ ਦਾ ਜਿਹੜਾ ਔਰ ਪੈਸਿਆਂ ਦਾ ਮਸਲਾ ਹੁੰਦਾ ਹੈ, ਇੰਨੇ ਸਾਲਾਂ ਦੇ ਵਿੱਚ ਤੁਸੀਂ ਮੈਨੂੰ ਇੰਨਾ ਪਿਆਰ ਮਾਣ ਇੱਜ਼ਤ ਵੈਲਿਊ ਦਿੱਤੀ ਚੁਣ ਕੇ, ਉਹ ਮੇਰਾ ਖ਼ਤਮ ਕਰ ਦਿੱਤਾ ਜਿਹੜਾ ਆਮ ਬੰਦੇ ਦੀ ਜ਼ਿੰਦਗੀ ਦਾ ਰੋਟੀ ਪਾਣੀ ਦਾ ਸਵਾਲ ਹੁੰਦਾ। ਸੋ ਉਹ ਵੀ ਨੀਅਤ ਪਹਿਲੇ ਦਿਨ ਤੋਂ ਸਾਫ਼ ਰੱਖੀ। ਰੱਬ ਦਾ ਬਹੁਤ ਬਹੁਤ ਸ਼ੁਕਰ ਹੈ ਜਿਹੜਾ ਉਹਨੇ ਇਸ ਤਰ੍ਹਾਂ ਦੀ ਚੰਗੀ ਇਨਸਾਨੀਅਤ ਜਿਹੜੀ ਦੇ ਜਜ਼ਬੇ ਨੂੰ ਮੈਨੂੰ ਦਿੱਤਾ। ਅਤੇ ਅੱਜ ਉਹ ਇੰਨੇ ਸਾਲਾਂ ਦੇ ਨਾਲ ਅੱਜ ਇਸ ਵਕਤ ਸਿਰਫ ਤੁਹਾਡੀ ਸੇਵਾ ਦੀ ਤਮੰਨਾ ਹੈਗੀ ਹੈ ਕਿ ਬੱਚੇ ਮਿਲਦੇ ਨੇ। ਅਤੇ ਅੱਜ ਵੀ ਮੈਂ ਆਫਿਸ ਥੋੜ੍ਹੀ ਦੇਰ ਵਾਸਤੇ ਗਿਆ ਸੀਗਾ, ਬੱਚੇ ਦੀ ਨਿਗਾਹ ਪੈ ਗਈ, ਸਰ ਇੱਕ ਮਿੰਟ ਕਰਕੇ ਉਸਨੇ ਮੈਨੂੰ ਰੋਕ ਲਿਆ ਅਤੇ ਉਹਦੀਆਂ ਅੱਖਾਂ ਦੇ ਵਿੱਚ ਮੈਂ ਬੜਾ ਫੀਲ ਕਰ ਸਕਦਾ ਕਿ ਇਹ ਲੱਗਦਾ ਕਿ ਰਵੀ ਕਰਕੇ ਮਿਲ ਗਿਆ, ਬਸ ਬੱਲੇ ਬੱਲੇ ਹੋ ਗਈ। ਅਤੇ ਉਹ ਜਲਦੀ ਸੀਗੀ ਹਾਲਾਂਕਿ, ਲੇਕਿਨ ਮੈਂ ਰੁਕਿਆ, ਉਸ ਨਾਲ 10 ਮਿੰਟ ਗੱਲ ਕੀਤੀ, ਉਹਨੂੰ ਰਾਹ ਦੱਸ ਦਿੱਤਾ, ਸਮਝਾ ਦਿੱਤਾ। ਮੈਨੂੰ ਇਸ ਗੱਲ ਦਾ ਅਹਿਸਾਸ ਹੈਗਾ ਕਿ ਲੋਕ ਮੈਨੂੰ ਬਹੁਤ ਪਿਆਰ ਕਰਦੇ ਨੇ, ਮਿਲਣਾ ਚਾਹੁੰਦੇ ਨੇ, ਔਰ ਆਪਣੇ ਜਿਹੜਾ ਦੁੱਖ ਭੰਬਲ ਭੂਸਾ ਪਰੇਸ਼ਾਨੀ, ਜਿਸ ਤਰ੍ਹਾਂ ਸੰਧੂ ਸਾਹਿਬ ਨੇ ਕਿਹਾ, ਉਸ ਤੋਂ ਨਿਕਲਣ ਦਾ ਰਾਹ ਉਹਨਾਂ ਨੂੰ ਮੈਨੂੰ ਮਿਲ ਕੇ ਨਜ਼ਰ ਆਉਂਦਾ ਪਿਆ ਹੈ। ਅਤੇ ਮੈਂ ਹਾਜ਼ਰ ਹੈਗਾ, ਵੈਲਕਮ। ਔਰ ਇੱਕ ਖਾਸ ਖੁਸ਼ਖਬਰੀ ਹੋਰ ਕਿ ਕੰਪਨੀ ਦੀ ਫੀਸ ਅੱਜ ਦੇ ਦਿਨ ਨਿਲ ਕਰ ਦਿੱਤੀ ਹੈਗੀ ਹੈ। ਸਿਰਫ 2000 ਰੁਪਏ ਕਾਗਜ਼ ਪੱਤਰਾਂ ਦੇ ਖਰਚੇ, ਫੋਟੋ ਸਟੇਟ, ਹੋਰ ਸਾਰੀਆਂ ਚੀਜ਼ਾਂ ਦੇ, ਕੋਈ ਹਿਡਨ ਚਾਰਜਿਸ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ 1 ਰੁਪਇਆ ਵੀ ਹਿਡਨ ਚਾਰਜਿਸ ਨਹੀਂ, ਔਰ ਫੀਸ ਨਿਲ, ਔਰ 100% ਓਨੈਸਟੀ, ਟਰਾਂਸਪੇਰੈਂਸੀ, ਐਕਸਪਰਟੀਜ਼, ਔਰ ਤੁਹਾਡੀ ਪਰਸਨਲ ਕੇਅਰ ਦੀ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਉਸ ਚੀਜ਼ ਦਾ ਵਾਅਦਾ। ਡਾਕਟਰ ਸਾਹਿਬ 2-3 ਮਿੰਟ ਸਾਡੇ ਕੋਲ ਬਚੇ ਨੇ। ਮੇਰਾ ਲਾਸਟ ਸਵਾਲ ਹੈ, ਮੈਂ ਵੀ ਨੈੱਟ 'ਤੇ ਪੜ੍ਹਿਆ ਜਿਹੜਾ ਡਰॉ ਸੀਗਾ ਸਸਕੈਚੁਅਨ ਦਾ, ਉਹ ਨਿਕਲਿਆ ਸੀ 75 ਪੁਆਇੰਟ ਦਾ। ਇੱਕ ਤਾਂ ਇਹ ਗਾਈਡ ਕਰੋਗੇ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ PR ਲੈਣ ਵਾਸਤੇ ਜਿਹੜੀਆਂ ਪ੍ਰੋਵਿੰਸਸ ਨੇ ਉਹ ਕਿਵੇਂ ਸਿਲੈਕਟ ਕੀਤੀਆਂ ਜਾਣ। ਇੱਕ ਸਾਡੇ ਵਿਦਿਆਰਥੀ ਦੌੜ ਕਿਊਬਿਕ ਵੱਲ ਹੋ ਰਹੀ ਹੈ, ਕਿ ਉਹ ਸਹੀ ਹੈ ਜਾਂ ਗਲਤ ਹੈ? ਦੇਖੋ, ਕਿਊਬਿਕ ਦੇ ਵਿੱਚ ਤਾਂ ਇਸ ਵਕਤ ਰੀਸੈਂਟਲੀ ਇੱਕ ਬੜਾ ਵੱਡਾ ਭੰਬਲ ਭੂਸਾ, ਜਿਹਨੂੰ ਕਹਿੰਦੇ ਆ ਪਰੇਸ਼ਾਨੀ ਵਾਲਾ ਕੰਮ ਹੋ ਕੇ ਹਟਿਆ ਹੈਗਾ। ਕਈ ਚੱਕਰ ਪਏ ਨੇ ਉੱਥੇ, ਰੂਲ ਰੈਗੂਲੇਸ਼ਨ ਦੇ ਰੋਲੇ ਪਏ ਹੋਏ ਨੇ। ਹਾਲੇ ਗੌਰਮੈਂਟ ਰੂਲ ਰੈਗੂਲੇਸ਼ਨ ਬਣਾਉਂਦੀ ਪਈ ਹੈਗੀ ਹੈ, ਬਣਾਉਂਦੀ ਸੈੱਟ ਕਰਦੀ ਪਈ ਹੈਗੀ ਹੈ। ਸੋ ਮੈਂ ਇਹ ਸਮਝਦਾ ਹੈਗਾ ਕਿ ਜੇ ਬਾਹਰ ਕਿਤੇ ਹੋਰ ਆਪਸ਼ਨ PR ਦੇ, ਆਪਾਂ ਨੂੰ ਇੱਕ ਮੇਨ ਮਕਸਦ ਹੁੰਦਾ ਸੀਗਾ ਵੀ ਉੱਥੇ ਇੱਕ ਤਾਂ ਫੀਸ ਘੱਟ ਹੈਗੀ ਹੈ, ਜੇ ਕੋਈ ਅਫੋਰਡ ਨਹੀਂ ਕਰਦਾ ਅਤੇ ਫਿਰ ਆਪਾਂ ਫੀਸ ਘੱਟ ਦੇ ਕਾਰਨ ਜਾਓ। ਦੂਸਰਾ ਹੁੰਦਾ ਸੀਗਾ ਕਿ ਜੇ ਉੱਥੇ ਫਰੈਂਚ ਨਾਲ ਪੜ੍ਹ ਲੈਣ ਬੱਚੇ, ਉਹ ਵੀ ਇੰਟੈਲੀਜੈਂਟ ਬੱਚੇ ਪੜ੍ਹਨਗੇ, ਆਮ ਬੱਚਿਆਂ ਦਾ ਕੰਮ ਨਹੀਂ ਹੈ। ਉਹ 2 ਸਾਲ ਚੰਗੀ ਤਰ੍ਹਾਂ ਫਰੈਂਚ ਪੜ੍ਹਨਗੇ ਤਾਂ PR ਸੌਖੀ ਹੋਏਗੀ। ਉਹ ਵੈਸੇ ਹੀ ਕੈਨੇਡਾ ਗੌਰਮੈਂਟ ਨੇ ਸਾਰੇ ਜਿੱਥੇ ਮਰਜ਼ੀ ਪੜ੍ਹ ਲਓ ਉੱਥੇ ਜਿਹੜੀ PR ਸੌਖੀ ਕਰ ਦਿੱਤੀ। ਹੁਣ ਹਾਲਾਂਕਿ ਹੁਣ ਵੀ, ਕਿਉਂਕਿ 2 ਸਾਲ ਬਾਅਦ ਅਗਰ ਕਿਤੇ ਕੋਈ ਤਕਲੀਫ ਆਵੇ ਅਤੇ ਕਿਊਬੈਕ ਜਿਹੜਾ ਸਸਕੈਚੁਅਨ ਹੈਗਾ, ਮੈਨੀਟੋਬਾ ਹੈਗਾ, ਔਰ ਐਟਲਾਂਟਿਕ ਪ੍ਰੋਵਿੰਸਿਸ ਜਿਹੜੀ ਨੋਵਾ ਸਕੋਸ਼ੀਆ, ਨਿਊ ਬਰੰਜ਼ਵਿਕ, ਨਿਊ ਫਾਊਂਡਲੈਂਡ ਔਰ ਲੈਬਰਾਡੋਰ, ਇਹ ਜਿਹੜੀਆਂ 4 ਪ੍ਰੋਵਿੰਸਿਸ ਹੈਗੀਆਂ ਨੇ, ਉੱਥੇ PR ਥੋੜ੍ਹੀ ਸੌਖੀ ਹੁੰਦੀ ਹੈਗੀ ਹੈ ਕੰਪੈਰੇਟਿਵਲੀ। ਲੇਕਿਨ ਅੱਜ ਦੇ ਦਿਨ ਦੀ ਗੱਲ ਕਰੀਏ ਤਾਂ ਉਹ ਕੈਨੇਡਾ ਗੌਰਮੈਂਟ ਨੇ ਸਾਰੇ ਕੈਨੇਡਾ 'ਚੋਂ ਜਿੱਥੇ ਮਰਜ਼ੀ ਬੱਚੇ ਪੜ੍ਹੇ, ਫਟਾਫਟ ਚੱਕ ਲਓ ਵੀ ਲਓ, ਤੋਂ ਫਟਾਫਟ ਚੱਕੋ PR। ਸੋ ਉਹ ਕੋਈ ਐਸੀ ਗੱਲ ਨਹੀਂ। ਫਿਰ ਵੀ ਜਿਵੇਂ ਬੈਟਰ ਹੈਗਾ ਕਿ ਉਹ ਡਬਲ ਸਾਈਡਡ ਦਾ ਮਤਲਬ, ਇੱਕ ਤਾਂ ਆਪਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਫੈਡਰਲ ਕੈਟੇਗਰੀ ਵਿੱਚ ਆਪਾਂ ਲਾ ਲੈਂਦੇ ਹਾਂ, ਔਰ ਦੂਸਰਾ PNP ਪ੍ਰੋਵਿੰਸ਼ੀਅਲ ਨੋਮਨੀ ਪ੍ਰੋਗਰਾਮ ਦੇ ਵਿੱਚ ਜਿੱਥੇ ਜਿਹੜੀ ਮੈਂ ਦੱਸੀਆਂ ਸਸਕੈਚੁਅਨ, ਮੈਨੀਟੋਬਾ ਔਰ ਐਟਲਾਂਟਿਕ ਪ੍ਰੋਵਿੰਸਿਸ ਦੇ ਵਿੱਚ PR ਹਮੇਸ਼ਾ ਵਾਸਤੇ ਸੌਖੀ ਰਹਿਣੀ ਹੈਗੀ ਹੈ, ਅਤੇ ਆਪਾਂ ਉਹ ਵਾਲੀਆਂ ਚੂਜ਼ ਕਰ ਲਈਏ ਤਾਂ ਜ਼ਿਆਦਾ ਬੈਟਰ ਹੈ। ਅਦਰਵਾਈਜ਼ ਅੱਜ ਦੇ ਮਾਹੌਲ ਨੂੰ ਦੇਖਦੇ ਹੋਏ ਕੋਈ ਐਸੀ ਗੱਲ ਨਹੀਂ, ਜਿੱਥੇ ਵੀ ਠੀਕ ਲੱਗਦਾ ਆਪਣਾ ਕੋਰਸ ਵਧੀਆ ਹੋਵੇ। ਗ੍ਰੈਜੂਏਟ ਹਮੇਸ਼ਾ ਪੋਸਟ ਗ੍ਰੈਜੂਏਟ ਪ੍ਰੋਗਰਾਮ ਵਿੱਚ ਜਾਣਗੇ, ਬੜੇ ਧਿਆਨ ਰੱਖਣਾ ਸਬਜੈਕਟ ਵਾਈਜ਼। ਮੰਨ ਲਓ ਕਿ ਮੈਥਮੈਟਿਕਸ 'ਚ ਨੰਬਰ ਘੱਟ ਨੇ ਅਤੇ ਉਹ ਕੋਰਸ ਲੈਣਾ ਜਿਹਦੇ 'ਚ ਮੈਥਮੈਟਿਕਸ ਦੀ ਲੋੜ ਨਾ ਪਵੇ, ਲੈਸ ਦੈਨ 50% ਨਹੀਂ। ਛੋਟੇ ਛੋਟੇ ਮੰਤਰ ਬਹੁਤ ਜ਼ਿਆਦਾ ਨੇ, ਅਤੇ ਸੰਧੂ ਸਾਹਿਬ ਪਹਿਲਾਂ ਹੀ ਧਮਕੀ ਦੇ ਦਿੰਦੇ ਨੇ ਕਿ ਜੀ ਟਾਈਮ ਘੱਟ ਰਹਿ ਗਿਆ। ਨਹੀਂ, ਚਲੋ ਮੈਂ 30 ਸੈਕਿੰਡ ਹੋਰ ਤੁਹਾਡੇ ਤੋਂ ਗਿਆਨ ਲਊਂਗਾ ਜੀ। ਸਾਨੂੰ ਬਹੁਤ ਕਾਲਾਂ ਆਉਂਦੀਆਂ ਇੱਥੇ ਕਿ ਜੀ ਇੱਕ ਮੋਡਿਊਲ 'ਚ 5.5 ਨੇ। ਕੋਵਿਡ ਤੋਂ ਪਹਿਲਾਂ ਕਾਫੀ ਸਾਰੇ ਵੀਜ਼ੇ ਆਏ ਵੀ ਸੀ, ਫਿਰ ਵਿੱਚੋਂ ਦੀ ਬੰਦ ਹੋ ਗਏ ਸੀਗੇ। ਇੱਕ ਮੋਡਿਊਲ 'ਚ 5.5 ਵਾਲਿਆਂ ਲਈ ਕੋਈ ਚਿੰਤਾ ਨਹੀਂ, 1% ਦੀ ਟੈਨਸ਼ਨ ਨਹੀਂ ਹੈ। ਓਵਰਆਲ 6 ਨਾਟ ਲੈਸ ਦੈਨ 5.5, ਲੇਕਿਨ 5.5 ਇਨ 1 ਮੋਡਿਊਲ। 2 ਦੇ ਵਿੱਚ ਹੁਣ ਤਾਂ ਦੁਬਾਰਾ ਇੰਪਰੂਵ ਕਰ ਲਓ, 1 ਦੇ ਵਿੱਚ 5.5 ਨੇ, ਧੜਾ ਵੀਜ਼ੇ, ਕੋਈ ਚਿੰਤਾ ਨਹੀਂ, ਕੋਈ ਟੈਨਸ਼ਨ। ਡਾਕਟਰ ਸਾਹਿਬ ਸ਼ੁਕਰੀਆ। ਮੈਂ ਇੱਕ ਵਾਰ ਫਿਰ ਕਹੂੰਗਾ, 1.25 ਸਾਲ ਬਾਅਦ ਡਾਕਟਰ ਸਾਹਿਬ ਆਏ ਨੇ, ਕਾਫੀ ਸਾਰੇ ਕਾਲਜਾਂ ਨੂੰ ਉੱਥੇ ਮਿਲੇ, ਬੱਚਿਆਂ ਦੇ ਦੁੱਖ ਸਮਝੇ, ਕਿਸ ਤਰ੍ਹਾਂ ਲੈਂਡ ਕਰਨਾ ਹੈ, ਕਿਸ ਤਰ੍ਹਾਂ ਕਾਲਜ 'ਚ ਜਾਣਾ ਹੈ, ਕਿਸ ਤਰ੍ਹਾਂ ਦੇ ਉੱਥੇ ਕੰਮ ਮਿਲ ਰਹੇ ਨੇ ਵਿਦਿਆਰਥੀਆਂ ਨੂੰ, ਅਪਲਾਈ ਕਿਵੇਂ ਕਰਨਾ, ਜਿਵੇਂ ਦੱਸਿਆ ਕਿ ਘੁੰਡੀਆਂ ਨੇ, ਛੋਟੀ ਛੋਟੀਆਂ ਟੈਕਨੀਕਲ ਚੀਜ਼ਾਂ ਨੇ। ਕਿਉਂਕਿ ਬਹੁਤ ਬੱਚੇ ਚੰਗੀਆਂ ਭਲੀਆਂ ਪ੍ਰੋਫਾਈਲਾਂ ਇਸ ਕਰਕੇ ਰਿਫਿਊਜ਼ ਹੋ ਗਈਆਂ, ਜਿਸ ਤਰ੍ਹਾਂ ਕਿਹਾ ਕਿ ਡਰਾਈਵਰ ਮਾੜਾ ਸੀ, ਮਾੜਾ ਕੰਸਲਟੈਂਟ ਚੁਣ ਲਿਆ। ਮੈਂ ਕਦੇ ਨਹੀਂ ਕਿਹਾ ਕਿ ICCRC ਹੀ ਬੈਸਟ ਹੁੰਦਾ, ਪਰ ਕੋਵਿਡ ਦੇ ਦਿਨਾਂ 'ਚ ਇਹ ਚੀਜ਼ ਸਿੱਧ ਹੋ ਗਈ ਹੈ ਕਿ ਤੁਹਾਨੂੰ ਇੱਕ ਲਾਅ ਕੀਤੀ ਹੋਈ
ਕਿਸੇ ਤਜਰਬੇਕਾਰ ਪਰਸਨੈਲਿਟੀ ਤੋਂ ਜਦੋਂ ਅਪਲਾਈ ਕਰਾਉਂਦੇ ਹੋ ਤਾਂ ਉਸ ਚੀਜ਼ ਦਾ ਬਹੁਤ ਵੱਡਾ ਫਰਕ ਪੈਣਾ ਹੈ। ਕਈਆਂ ਨੂੰ ਦਾ ਅਪਡੇਟ ਨਹੀਂ ਆਈ, ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਦੱਸਿਆ ਕਿ ਫਲਾਣੇ ਕਾਲਜ ਦੀ ਕੋਈ ਲਾਸਟ ਡੇਟ ਸੀ, ਫਲਾਣੇ ਦੀ ਕੋਈ ਲਾਸਟ ਡੇਟ ਸੀ, ਇੱਧਰ ਤਾਂ ਪਤਾ ਹੀ ਨਹੀਂ ਲੱਗਿਆ ਕਿਉਂਕਿ ਬਹੁਤ ਸਾਰੇ ਲੋਕ ਤਾਂ ਰਜਿਸਟਰਡ ਹੀ ਨਹੀਂ ਕੈਨੇਡਾ ਗਵਰਨਮੈਂਟ ਨਾਲ। ਉਹ ਵਿਦਿਆਰਥੀਆਂ ਦੀਆਂ ਫੀਸਾਂ ਫਸ ਗਈਆਂ, ਬਹੁਤ ਵੱਡੇ ਤਾਦਾਦ ਦੇ ਵਿੱਚ ਵਿਦਿਆਰਥੀਆਂ ਦੇ ਵਿੱਚ ਰੋਸ ਸੀਗਾ ਇਸ ਚੀਜ਼ ਦਾ। ਸੋ ਜੇ ਤੁਹਾਡੀ ਪ੍ਰੋਫਾਈਲ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਗਲਤੀ ਹੋਈ ਜਾਂ ਤੁਸੀਂ ਡਰਦੇ ਹੋ ਕਿ ਵੀਜ਼ਾ ਰਿਫਿਊਜ਼ ਨਾ ਹੋਵੇ, ਇੱਕ ਵਾਰ ਕਿਸੇ ਵੀ ICCRC ਮੈਂਬਰ, ਖਾਸ ਤੌਰ ਡਾਕਟਰ ਸਾਹਿਬ ਰਵੀ ਗਰਗ ਜੀ ਨਾਲ ਤੋਂ ਪਾਇਨਰ ਇਮੀਗ੍ਰੇਸ਼ਨ ਤੋਂ ਆਪਣੀ ਫਾਈਲ ਅਸੈਸ ਕਰਵਾ ਲਓ। ਫੀਸ ਇਹਨਾਂ ਨੇ ਦੱਸ ਹੀ ਦਿੱਤੀ ਹੈ ਕਿ ਬੰਦ ਕਰਤੀ ਹੈ, 2000 ਰੁਪਏ ਕਾਗਜ਼ਾਂ ਦੇ ਨੇ। ਸੋ ਲੀਗਲ ਤਰੀਕੇ ਨਾਲ ਜਾਓ, ਖੁਸ਼ੀ ਜਾਓ। ਜਿਸ ਤਰ੍ਹਾਂ ਲੋਕ ਪੱਕੇ ਹੋਏ ਨੇ, ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵੀ ਪੱਕੇ ਹੋ ਸਕੋ। ਇਹਦੇ ਲਈ ਜਿਹੜੀ ਕਾਨੂੰਨੀ ਜਾਣਕਾਰੀ ਹੈ ਉਹ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਫਲਾਣਾ ਬੰਦਾ ਫੀਸ ਬਾਅਦ 'ਚ ਲੈ ਰਿਹਾ ਹੈ, ਪੈਕੇਜ ਵੇਚ ਰਿਹਾ, ਉਹਦੇ ਕੋਲ ਜਾਣਾ ਹੈ। ਇਸ ਚੀਜ਼ ਨੇ PR ਨਹੀਂ ਦਵਾਉਣੀ ਤੁਹਾਨੂੰ। ਸਾਹਿਬ ਇੱਕ ਜਿਹੜੀ ਮੈਂ ਚੀਜ਼ ਦੇਖੀ, ਅੱਜ ਵੀ ਬੜੇ ਸਾਰੇ ਪੈਕੇਜ, ਬੜੇ ਸਾਰੇ ਆਫਟਰ ਵੀਜ਼ਾ ਲੱਖਾਂ ਰੁਪਈਏ, ਬੁਰਾ ਹਾਲ, ਅੱਛੇ ਪ੍ਰੋਫਾਈਲ ਵਾਲੇ ਫਸ ਜਾਂਦੇ ਆ। ਤੇ ਮੈਂ ਹੈਰਾਨ ਹੁੰਦਾ ਕਿਉਂ ਇਦਾਂ ਫਸਦੇ ਹੋ। ਸਾਡੀ ਕੰਪਨੀ ਤਾਂ ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੰਦਰ ਗੁਰਦੁਆਰਾ ਇੱਕੋ ਹੀ ਗੱਲ ਲਾ ਲਓ, ਉਹ ਸਾਡਾ ਆਫਿਸ ਇੱਕੋ ਹੀ ਗੱਲ ਹੈਗੀ ਹੈ। ਲੇਕਿਨ ਬਹੁਤ ਸਾਰੇ ਜਿਹੜੇ ਨੇ ਕੰਸਲਟੈਂਟ ਚੰਗੇ ਨੇ, ਉੱਥੇ ਲੀਗਲ ਤਰੀਕੇ ਨਾਲ ਜਾਓ। ਥੈਂਕ ਯੂ ਜੀ। ਔਰ ਇੱਕ ਜਿਹੜੀ ਹੈ ਹੋਰ ਗੱਲ ਮੈਂ ਤੁਹਾਡੇ ਹੱਥ ਬਣ ਕੇ ਇਹ ਕਿ ਮੈਂ ਇੰਨਾ ਚਿਰ ਜਿਹੜੇ ਸੰਧੂ ਸਾਹਿਬ ਕਹਿੰਦੇ ਸੀਗੇ ਮੈਂ ਤੁਹਾਡੇ ਨਾਲੋਂ ਦੂਰੀ ਰਹੀ, ਬੜਾ ਮਿਸ ਕੀਤਾ ਤੁਹਾਨੂੰ। ਅੱਜ ਤੁਹਾਡੇ ਰੂਬਰੂ ਹੋ ਕੇ ਮੈਨੂੰ ਇੱਦਾਂ ਲੱਗਦਾ ਜਿਵੇਂ ਕਿ ਰੱਬ ਦੇ ਦਰਸ਼ਨ ਹੋ ਗਏ ਹੋਣ। ਔਰ ਸੰਧੂ ਸਾਹਿਬ ਤਾਂ ਬੜੇ ਚਿਰ ਬਾਅਦ ਮਿਲੇ, ਇੱਦਾਂ ਲੱਗਦਾ ਜਿਵੇਂ ਕਿ ਰੱਬ ਵਰਗਾ ਯਾਰ ਮਿਲ ਗਿਆ ਹੋਵੇ। ਔਰ ਰੱਬ ਦਾ ਬਹੁਤ ਸ਼ੁਕਰੀਆ, ਤੁਹਾਡਾ ਬਹੁਤ ਧੰਨਵਾਦ ਜਿਹੜਾ ਇੰਨਾ ਮਾਣ ਇੱਜ਼ਤ ਵੈਲਿਊ ਦਿੰਦੇ ਹੋ। ਥੈਂਕ ਯੂ ਡਾਕਟਰ ਸਾਹਿਬ। ਦਰਸ਼ਕਾਂ ਦਾ ਵੀ ਧੰਨਵਾਦ। 1.25 ਸਾਲ ਬਾਅਦ ਦਾ ਤਜਰਬਾ ਡਾਕਟਰ ਸਾਹਿਬ ਇਕੱਠੇ ਲੈ ਕੇ ਇਸ ਚੀਜ਼ ਦਾ ਲਾਹਾ ਲਓ। ਆਦਰਸ਼ਵਤੀ ਹਰ ਬੁੱਧਵਾਰ ਇਸੇ ਤਰੀਕੇ ਨਾਲ ਨਵੀਆਂ ਗੱਲਾਂ, ਬਿਲਕੁਲ ਲੇਟੈਸਟ, ਪਿਓਰ, ਰੱਬ ਨੂੰ ਹਾਜ਼ਰ ਨਾਜ਼ਰ ਮੰਨ ਕੇ 100% ਸੱਚ ਸਹੀ ਗੱਲਾਂ ਤੁਹਾਡੇ ਸਾਹਮਣੇ ਕਰਦੇ। ਸ਼ੁਕਰੀਆ ਜੀ, ਧੰਨਵਾਦ, ਸਤਿ ਸ਼੍ਰੀ ਅਕਾਲ।